ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗੀਤਾ ਸਾਹਿਬ ਵੈਲਕਮ ਜੀ, ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ। ਘੁਟਾਲੇ 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 ਘੁਟਾਲੇ, ਚਾਹੇ ਉਹ ਕੋਲਾ ਘੁਟਾਲਾ ਹੋਵੇ, ਚਾਹੇ ਉਹ ਤਬੂਤ ਘੁਟਾਲਾ ਹੋਵੇ, ਕੋਲਗੇਟ ਘੁਟਾਲਾ ਹੋਵੇ, ਪਤਾ ਨਹੀਂ ਅੱਜ ਕੱਲ੍ਹ 1000 ਕਰੋੜ ਦੇ ਘੁਟਾਲੇ ਨੂੰ ਤਾਂ ਘੁਟਾਲਾ ਹੀ ਨਹੀਂ ਮੰਨਿਆ ਜਾਂਦਾ। ਉਹ ਘੁਟਾਲੇ ਵਾਲੇ ਨੂੰ ਕਹਿੰਦੇ ਤੂੰ ਇਸ ਕਲੱਬ ਦਾ ਮੈਂਬਰ ਨਹੀਂ, ਬਾਹਰ ਜਾ ਕੇ ਬਹਿ ਵੱਡਾ ਕਰਕੇ ਆਏਗਾ ਫੇਰ ਸਾਡੇ ਕਲੱਬ 'ਚ ਆਉਣਾ। ਹੈ ਨਾ, ਉਹ ਹੁੰਦਾ ਨਾ ਕਿੱਟੀ ਗਰੁੱਪ ਹੁੰਦਾ, ਛੋਟਾ ਹੁੰਦਾ, ਇੱਕ ਵੱਡਾ ਹੁੰਦਾ, ਇੱਕ ਉਦੋਂ ਵੱਡਾ ਹੁੰਦਾ, ਹੈ ਨਾ, ਆਪੋ ਆਪਣੇ ਸਟੈਂਡਰਡ ਦੇ ਮੁਤਾਬਕ ਹੁੰਦਾ। ਇਸੇ ਤਰ੍ਹਾਂ ਦਾ ਪੱਛਮੀ ਬੰਗਾਲ ਵਿੱਚ ਅਧਿਆਪਕ ਭਰਤੀ ਘੁਟਾਲਾ ਜਿਹੜਾ ਬੜਾ ਵੱਡਾ ਹੈ, ਉਸ ਵਿੱਚ ਸਾਬਕਾ ਮੰਤਰੀ ਹੈ ਪਾਰਥੀ ਚੈਟਰਜੀ, ਉਹਦੇ ਕਰੀਬੀ ਅਰਪਿਤਾ ਮੁਖਰਜੀ ਦੀ ਇੱਕ ਹੋਰ ਰਿਹਾਇਸ਼ ਤੇ ਏਅਰਪੋਰਟ ਦੇ ਨਜ਼ਦੀਕ ਚਿਨਾਰ ਪਾਰਕ ਵਿੱਚ ਈਡੀ ਦਾ ਛਾਪਾ ਤੇ ਚਰਚਾ ਹੋ ਰਹੀ ਹੈ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਇਹ ਜਿਹੜਾ ਬੜਾ ਵੱਡਾ ਘਪਲਾ ਹੋਇਆ ਅਧਿਆਪਕਾਂ ਦੀ ਭਰਤੀ ਦਾ, ਜਿਹੜਾ ਸਾਬਕਾ ਮੰਤਰੀ ਹੈਗੇ ਆ, ਅੱਜ ਕੱਲ੍ਹ ਸਾਬਕਾ ਹੋ ਚੁੱਕਿਆ ਕਿ ਮਮਤਾ ਬੈਨਰਜੀ ਨੇ ਮੰਤਰੀ ਨੂੰ ਬਰਖਾਸਤ ਕਰਤਾ ਤੇ ਨਾਲ ਹੀ ਇਹਦੇ TMC ਜਿੰਨੇ ਅਹੁਦੇ ਸੀਗੇ ਸਾਰੇ ਲੈ ਲਏ ਆ, ਵਾਪਸ ਲੈ ਲਏ ਆ। ਉਹਨਾਂ ਨੇ ਕਿਹਾ ਕਿ ਮਮਤਾ ਬੈਨਰਜੀ ਕਹਿੰਦੇ ਆ ਕਿ ਸਾਡੇ ਮੰਤਰੀ ਮੰਡਲ ਦੇ ਵਿੱਚ ਸਾਡੇ ਪਾਰਟੀ ਵਿੱਚ ਜੇ ਕੋਈ ਬੰਦਾ ਹੈ ਜਾਂ ਕਰਪਟ ਹੈਗਾ ਤਾਂ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਤੇ ਉਹਨਾਂ ਨੇ ED ਨੂੰ ਕਿਹਾ ਕਿ ਜੇਕਰ ਉਹਦੇ ਖਿਲਾਫ ਕੋਈ ਐਸੇ ਸਬੂਤ ਹੈਗੇ ਨੇ ਤਾਂ ਤੁਸੀਂ ਉਹਦੇ ਖਿਲਾਫ ਕੋਈ ਵੀ ਕਾਰਵਾਈ ਕਰੋ, ਅਸੀਂ ਤੁਹਾਨੂੰ ਰੋਕਾਂਗੇ ਨਹੀਂ। ਇਹ ਗੱਲ ਆਖੀ ਆ। ਤੇ ਹੁਣ ਅਰਪਿਤਾ ਮੁਖਰਜੀ ਆਉਂਦੀ ਆ ਨਾਲ ਪਾਰਥਾ ਚੈਟਰਜੀ ਦੀ ਕਰੀਬੀ। ਅਰਪਿਤਾ ਮੁਖਰਜੀ ਕੋਈ ਆਮ ਨਾਂ ਨਹੀਂ ਹੈਗਾ, ਬੜਾ ਵੱਡਾ ਨਾਂ ਹੈ ਫਿਲਮ ਇੰਡਸਟਰੀ ਦੇ ਵਿੱਚ। ਤੇ ਫਿਲਮਾਂ ਦੇ ਵਿੱਚ ਇਹਨੇ ਵਾਹਵਾ ਕਈ ਸਾਰੀਆਂ ਫਿਲਮਾਂ ਕੀਤੀਆਂ ਨੇ, 100 ਦੀਆਂ ਫਿਲਮਾਂ ਕੀਤੀਆਂ ਨੇ, ਗੀਤ ਵੀ ਗਾਉਂਦੀ ਆ ਕੁੜੀ ਇਹ। ਤੇ 30 ਸਾਲ ਦੀ ਉਮਰ ਹੈਗੀ ਅੱਛਾ ਜੀ, ਵੀ ਹੈਗੀ ਆ। ਵਾਹ ਜੀ ਵਾਹ। ਹਾਂ, ਪਾਰਥੀ ਚੈਟਰਜੀ ਦੀ ਉਮਰ ਕਾਫੀ ਆ, ਪਰ ਉਹਨਾਂ ਦਾ ਆਪਸ ਵਿੱਚ 2012 ਵਿੱਚ ਮਿਲਵਰਤਨ ਹੋਣਾ ਸ਼ੁਰੂ ਹੋਇਆ ਸੀਗਾ ਤੇ ਪਰਦੇ 'ਚ ਰਹੀ ਗੱਲ। ਤੇ ਜਦੋਂ ਚੋਣਾਂ ਪਿੱਛੇ ਵੋਟਾਂ ਹੋਈਆਂ, ਮਮਤਾ ਬੈਨਰਜੀ ਜਿਹੜੀ ਹੋਈ ਸੀ ਨਾਲ ਲੜੇ ਚੋਣਾਂ, ਉਹ ਚੋਣਾਂ ਵਿੱਚ ਅਰਪਿਤਾ ਮੁਖਰਜੀ ਪਾਰਥਾ ਚੈਟਰਜੀ ਦੀ ਚੋਣ ਪ੍ਰਚਾਰ ਵੀ ਕਰਦੀ ਦੇਖੀ ਗਈ। ਤੇ ਉਹ ਜਦੋਂ ਇਹ ਗੱਲ ਹੁਣ ਖੁੱਲਦੀ ਹੈ ਸਾਹਮਣੇ ਤੇ ਇਹਦੇ ਛਾਪਾ ਮਾਰੀ ਕੀਤੀ ਜਾਂਦੀ ਆ ਅਰਪਿਤਾ ਮੁਖਰਜੀ ਦੇ ਘਰ ਵਿੱਚ, ਤਾਂ ਉਸ ਵੇਲੇ ਛਾਪੇਮਾਰੀ ਵਿੱਚ ED ਨੂੰ 28 ਕਰੋੜ ਦੇ ਕਰੀਬ ਰੁਪਏ ਮਿਲਦੇ ਆ। 5 ਕਿਲੋ ਸੋਨਾ ਮਿਲਦਾ ਘਰੋਂ। 5 ਕਿਲੋ ਸੋਨਾ, 28 ਕਰੋੜ ਨੋਟ ਐ ਖਿਲਰੇ ਪਏ ਜਿਵੇਂ ਮੇਂਗਣਾ ਖਿਲਰਦੀਆਂ। ਬੜੇ ਬੁਰੀ ਤਰ੍ਹਾਂ ਮਰ ਕੇ ਵੀ ਉਹ ਪੈਸੇ ਮਿਲਦੇ ਆ। ਤੇ ਉਹ ਸਾਰਾ ਦੋਸ਼ ਹੀ ਲੱਗਦਾ ਕਿ ਪਾਰਥਾ ਚੈਟਰਜੀ ਦੀ ਕਰੀਬੀ ਸੀਗੀ। ਤੇ ਇਹਨੇ ਮੰਨੀ ਵੀ ਆ ਗੱਲ ਕੀਤੀ ਵੀ ਇਹ ਸਾਰਾ ਕੁਛ ਨਾ ਜਿਹੜਾ ਪਾਰਥਾ ਚੈਟਰਜੀ ਦੀ ਰਹਿਨੁਮਾਈ ਵਿੱਚ ਹੁੰਦਾ ਰਿਹਾ। ਐਡਾ ਬੜਾ ਢੇਰ ਨੋਟਾਂ ਦਾ ਤੇ ਐਡੀ ਬੜੀ ਗੱਲ ਨਾਲ ਬਹੁਤ ਚਰਚਾ ਹੋਈ ਤੇ ਮਮਤਾ ਬੈਨਰਜੀ ਸਰਕਾਰ ਦੀ ਬੜੀ ਕਿਰਕਰੀ ਹੋਈ ਇਸ ਗੱਲ ਤੇ ਵੀ ਇਹ ਕਹਿੰਦੇ ਅਸੀਂ ਬੜੇ ਇਮਾਨਦਾਰ ਹੈਗੇ ਆ ਤੇ ਹਾਲਾਤ ਸਾਡੇ ਇਹ ਨੇ ਕਿ ਇੱਥੇ ਕਰੋੜਾਂ ਰੁਪਏ ਤੁਹਾਡੇ ਘਰੋਂ ਹੀ ਮਿਲ ਰਹੇ ਆ ED ਨੂੰ। ਤੇ ਇਹ ਬੜੀ ਆਪਣੇ ਆਪ 'ਚ ਸ਼ਰਮਨਾਕ ਗੱਲ ਸੀਗੀ ਮਮਤਾ ਬੈਨਰਜੀ। ਚਲੋ ਉਹਨੇ ਮੰਤਰੀ ਤਾਂ ਬਰਖਾਸਤ ਕਰ ਦਿੱਤਾ ਆਪਣਾ ਤੇ ਸਾਰੇ ਉਹਦੇ ਵੀ ਖੋਹ ਲਏ ਆ, ਪਰ ਅਰਪਿਤਾ ਦੀ ਚਰਚਾ ਅਜੇ ਬੰਦ ਨਹੀਂ ਹੋ ਰਹੀ ਸੀ। ਉਹ ਅਕਸਰ ਉਹ ਪਾਰਥਾ ਚੈਟਰਜੀ ਜਿਹੜੇ ਕਿ ਉਸ ਤੋਂ ਕਾਫੀ ਏਜ ਦਾ ਬੰਦਾ, ਉਹਦੇ ਨਾਲ ਅਰਪਿਤਾ ਮੁਖਰਜੀ ਦੇ ਨੇੜਲੇ ਸੰਬੰਧ ਕਿੱਦਾਂ ਬਣ ਗਏ। ਇਹਦੇ ਘਰ ਵਾਲੇ ਬੜੇ ਪਰੇਸ਼ਾਨ ਨੇ ਅਰਪਿਤਾ ਦੇ। ਜਦੋਂ ਪੁੱਛਿਆ ਗਿਆ ਮੀਡੀਆ ਨੇ ਉਹਦੇ ਘਰਦਿਆਂ ਨੂੰ, ਉਹ ਘਰ ਦੇ ਕਹਿੰਦੇ ਵੀ ਸਾਨੂੰ ਨਹੀਂ ਇਸ ਗੱਲ ਦਾ ਪਤਾ ਵੀ ਸਾਡੀ ਕੁੜੀ ਇੰਨਾ ਅੱਗੇ ਪਹੁੰਚ ਚੁੱਕੀ ਆ, ਜੇਕਰ ਉਹਨੇ ਕੀਤਾ ਤਾਂ ਸਜ਼ਾ ਮਿਲਣੀ ਚਾਹੀਦੀ ਆ, ਜੇਕਰ ਏਦਾਂ ਦਾ ਕੋਈ ਘਪਲੇ ਵਿੱਚ ਸ਼ਾਮਲ ਹੈਗੀ ਆ ਸਜ਼ਾ ਮਿਲਣੀ ਚਾਹੀਦੀ ਆ। ਤੇ ਇਹ ਜਿਹੜੀ ਕੁੜੀ ਹੈ ਕਾਫੀ, ਇਹਦਾ ਫਿਲਮਾਂ ਦੇ ਵਿੱਚ ਅੰਦਾਜ਼ ਜਿਹੜਾ ਸੀਗਾ ਉਹ ਕੰਗਣਾ ਰਣੌਤ ਵਰਗਾ, ਜਾਂ ਤੁਸੀਂ ਕਹਿ ਸਕਦੇ ਹੋ ਵੀ ਜਿਹੜੀਆਂ ਕੁੜੀਆਂ ਦੂਜੀ ਤਰ੍ਹਾਂ ਦੀਆਂ ਐਕਟਿੰਗ ਕਰਦੀਆਂ ਨੇ ਉਹਨਾਂ ਵਰਗਾ ਅੰਦਾਜ਼ ਸੀਗਾ। ਤੇ ਫਿਲਮਾਂ ਵਿੱਚ ਉਹਨੇ ਫੋਟੋ ਸ਼ੂਟ ਦੇਣੇ ਤੇ ਵੱਖੋ ਵੱਖਰੇ ਕੱਪੜੇ ਪਾਉਣੇ ਤੇ ਇਸ ਤਰ੍ਹਾਂ ਦੇ ਉਹਦੇ ਕਾਫੀ ਚਰਚਾ ਵਿੱਚ ਰਹਿੰਦੀ ਸੀ ਇਹ। ਤੇ ਉਸੇ ਤਹਿਤ ਇਹ ਕਈ ਥਾਵਾਂ ਤੇ ਜਿਹੜੇ ਸਰਕਾਰੀ ਟੂਰ ਹੁੰਦੇ ਸੀਗੇ ਪਾਰਥਾ ਚੈਟਰਜੀ ਦੇ, ਉਹਨਾਂ ਦੇ ਸਰਕਾਰੀ ਟੂਰਾਂ ਦੇ ਵਿੱਚ ਵੀ ਨਾਲ ਜਾਂਦੀ ਸੀ। ਮਮਤਾ ਬੈਨਰਜੀ ਨੇ ਇਤਰਾਜ਼ ਵੀ ਕੀਤਾ ਸੀਗਾ, ਪਿੱਛੇ ਜੇ ਗਏ ਸੀ ਉਹ ਬਾਹਰ ਗਏ ਸੀ ਸਰਕਾਰੀ ਟੂਰ ਤੇ, ਮਮਤਾ ਬੈਨਰਜੀ ਨੇ ਇਤਰਾਜ਼ ਕੀਤਾ ਸੀ ਤੁਸੀਂ ਇੱਕ ਐਕਟਰ ਨੂੰ ਨਾਲ ਕਿਵੇਂ ਲਿਜਾ ਰਹੇ ਹੋ, ਜਿਹੜੀ ਕਿ ਕੁੜੀ ਤੁਸੀਂ ਨਾਲ ਕਿਵੇਂ ਲਿਜਾ ਰਹੇ ਹੋ। ਪਰ ਉਸ ਗੱਲ ਤੇ ਉਹਨੇ ਕੋਈ ਵੱਡੀ ਆਪਣਾ ਇਤਰਾਜ਼ ਤੇ ਕੋਈ ਗੱਲ ਨਹੀਂ ਕੀਤੀ ਸੀਗੀ, ਪਰ ਲੈ ਗਿਆ ਸੀ ਨਾਲ ਉਹਨੂੰ। ਇਹ ਚਰਚਾ ਹੁਣ ED ਵੱਲੋਂ ਕਾਫੀ ਵੱਡੇ ਪੱਧਰ ਚਰਚਾ ਜਿਹੜੀ ਕੀਤੀ ਜਾ ਰਹੀ ਹੈ। ਵੈਸੇ ਤਾਂ ਚਾਹੀਦਾ ਇਸ ਤਰ੍ਹਾਂ ਦਾ ਜੇ ਘੁਟਾਲੇ ਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ, ਡਜ਼ਨਟ ਮੈਟਰ ਕੋਈ ਵੀ ਹੋਵੇ, ਚਾਹੇ ਉਹ MP ਹੋਵੇ, ਲੀਡਰ ਹੋਵੇ, ਨੇਤਾ ਹੋਵੇ, ਚਾਹੇ ਕੋਈ ਆਮ ਬੰਦਾ ਹੋਵੇ, ਉਹਦੇ ਸਾਥੀ ਹੋਣ, ਉਹਨਾਂ ਦੀ ਜਾਇਦਾਦ ਤੱਕ ਕੁਰਕ ਕੀਤੀ ਜਾਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ, ਸੂਬਾ ਸਰਕਾਰਾਂ ਨੂੰ, ਪ੍ਰੋਵਿੰਸ਼ਲ ਲੈਵਲ ਤੇ
ਇੱਕ ਅਜਿਹਾ ਸਖਤ ਲਾਅ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਦੀ ਕੁਰਕ ਕੀਤੀ ਜਾਵੇ ਜਾਇਦਾਦ, ਜਿਹੜੀ ਮੁੱਢਲੀ ਇਹਨਾਂ ਨੇ ਪਹਿਲੀ ਵਾਰੀ ਚੋਣ ਪੱਤਰ 'ਚ ਭਰੀ ਸੀ ਉਹੀ ਰਹਿਣ ਦਿੱਤੀ ਜਾਵੇ। ਬਾਕੀ ਦੀ ਸਾਰੀ ਸਰਕਾਰੀ ਖਜ਼ਾਨੇ 'ਚ ਫੇਰ ਨੱਥ ਪਾਊਗੀ, ਫੇਰ ਸੁਰਤ ਆਊਗੀ, ਫੇਰ ਕਿਤੇ ਜਾ ਕੇ ਸਾਡਾ ਦੇਸ਼ ਜਿਹੜਾ ਉਹ ਸੋਨੇ ਦਾ ਬਾਜ ਬਣ ਸਕਦਾ ਹੈ। ਸੋਨੇ ਦੀ ਚਿੜੀ ਨਹੀਂ, ਸੋਨੇ ਦਾ ਬਾਜ ਬਣ ਸਕਦਾ। ਹਾਂਜੀ, ਬਹੁਤ ਕੁਝ ਹੈ, ਬਹੁਤ ਕੁਝ ਹੈ ਸਾਡੇ, ਪਰ ਇਹ ਭ੍ਰਿਸ਼ਟ ਨੇਤਾ ਜਿਹੜੇ ਅਸਲੀ ਆਤੰਕਵਾਦੀ ਦੇਸ਼ ਦੇ ਇਹ ਨੇ, ਦੁਖੀ ਦੇਸ਼ ਦੇ ਇਹ ਨੇ। ਇੰਨਾ ਪੈਸਾ, ਇੰਨਾ ਧਨ, ਕਰੋੜਾਂ ਅਰਬਾਂ ਰੁਪਈਆ ਇਹਨਾਂ ਨੇ ਜਿਹੜਾ ਹੈ ਵਿਦੇਸ਼ਾਂ ਦੇ ਵਿੱਚ ਸੁੱਟਿਆ ਹੋਇਆ, ਜਿਹੜਾ ਇੱਕ ਜੁਮਲਾ ਬਣ ਕੇ ਰਹਿ ਗਿਆ। ਤੇ ਜੇ ਹੁਣ ਸੱਚੀ ਗੱਲ ਇਹ ਹੈ ਕਿ ਜੇ ਇਹੋ ਜਿਹੇ ਲੋਕ, ਇਹ ਜੋਕਾਂ ਨੇ ਜਿਹੜੀਆਂ, ਤੁਹਾਨੂੰ ਪਤਾ ਜੋਕ ਜਿਹੜੀ ਉਹਨੂੰ ਮੱਝ ਨੂੰ ਚੰਬੜਦੀ ਜਦੋਂ ਲਾਉਣ ਲੱਗੀ ਤਾਂ ਐ ਰਬੜ ਵਾਂਗੂ ਲੰਬੀ ਹੁੰਦੀ ਹੈ, ਹਨਾ, ਉਹ ਲੈਂਦੀ ਨਹੀਂ, ਫਿਰ ਉਹਨੂੰ ਕੱਟਣਾ ਪੈਂਦਾ ਤੇ ਉਹਨੂੰ ਮਾਰਨ ਵਾਸਤੇ ਉੱਤੇ ਲੂਣ ਪਾਉਣਾ ਪੈਂਦਾ, ਨਮਕ, ਫਿਰ ਜਾ ਕੇ ਕਿਤੇ ਮਰਦੀ ਉਹ। ਇਹ ਨਮਕ ਇਹਨਾਂ ਲਈ ਇਹ ਆ ਕਿ ਇਹਨਾਂ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ ਤੇ ਸਰਕਾਰੀ ਖਾਤੇ 'ਚ ਜਮ੍ਹਾਂ ਕੀਤੀ ਜਾਵੇ, ਫਿਰ ਜਾ ਕੇ ਕਿਤੇ ਸੁਧਰਨਗੇ, ਫਿਰ ਇਹ ਜਾ ਕੇ ਕਿਤੇ ਬੰਦੇ ਦੇ ਪੁੱਤ ਬਣਨਗੇ। ਇਹ ਦੇਸ਼ ਨਹੀਂ ਚਲਾ ਰਹੇ, ਇਹ ਘਰ ਚਲਾ ਰਹੇ ਨੇ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਵਾਸਤੇ ਜਿਹੜੇ ਨੇ ਇਹ ਮਹਿਲ ਮਾਰੀਆਂ ਪੱਕੇ ਕਰ ਰਹੇ ਨੇ। ਅਗਲਾ ਮੇਰਾ ਕੁਐਸਚਨ ਹੈ, ਨਰਿੰਦਰ ਮੋਦੀ ਸਾਹਿਬ ਦੀ ਸਰਕਾਰ IAS ਦੇ ਨਿਯਮਾਂ ਵਿਧਾਨ ਸਭਾ ਵਿੱਚ ਕਰਨ ਜਾ ਰਹੀ ਹੈ ਬਦਲਾ। ਹੁਣ IAS ਕੇਂਦਰ ਸਰਕਾਰ ਤੋਂ ਬਾਹਰ ਨਹੀਂ ਹੋ ਸਕਣਗੇ, ਕੀ ਕਹਿਣਾ ਚਾਹੋਗੇ? ਗੱਲ ਚਰਚਾ ਉਦੋਂ ਹੋਈ ਚਾਵਲਾ ਸਾਹਿਬ ਜਦੋਂ ਮਮਤਾ ਬੈਨਰਜੀ ਦਾ ਇੱਕ ਦੇਖੋ ਬਰਲਨ ਨਾਂ ਦਾ IAS ਸੀਗਾ ਤੇ ਉਸ ਨੂੰ ਕੇਂਦਰ ਸਰਕਾਰ ਨੇ ਵਾਪਸ ਬੁਲਾਇਆ ਸੀਗਾ ਕਿ ਤੁਸੀਂ, ਕਿਉਂਕਿ IAS ਜਿਹੜੀ ਅਧਿਕਾਰੀ ਹੈਗੇ ਨਾ ਜੀ, ਉਹ ਕੇਂਦਰ ਸਰਕਾਰ ਦੇ ਅਧੀਨ ਹੁੰਦੇ ਆ, ਉਹ ਜਾਂਦੇ ਆ ਵੱਖ-ਵੱਖ ਰਾਜਾਂ ਦੇ ਵਿੱਚ ਡਿਊਟੀ ਕਰਦੇ ਆ। IAS ਦੇ ਬਿਊਰੋਕਰੇਟਸ ਹੁੰਦੇ ਆ ਜੀ, ਉਹ ਸਾਰਾ ਕੰਮ ਕਰਦੇ, ਪਰ ਕੇਂਦਰ ਸਰਕਾਰ ਹੀ ਉਹਨਾਂ ਦੀ ਭਰਤੀ ਕਰਦੀ ਹੈ ਤੇ UPSC ਭਰਤੀ ਕਰਦੀ ਹੈ ਜੀ, ਤੇ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਉਹਨਾਂ ਨੂੰ। ਪਰ ਹੋਇਆ ਕਿ ਇਹਨਾਂ ਨਿਯਮਾਂ ਵਿੱਚ ਜਿਹੜੇ ਹੈਗੇ ਆ, ਪਹਿਲੇ ਕਿ ਰਾਜ ਸਰਕਾਰਾਂ ਦਾ ਜਦੋਂ ਜਾਂਦੇ ਆ ਉੱਥੇ ਰਾਜ ਸਰਕਾਰਾਂ ਦੇ ਅਧੀਨ ਹੋ ਕੰਮ ਕਰਦੇ ਆ, ਉਹਨਾਂ ਨੂੰ ਕਰਨਾ ਪੈਂਦਾ। ਤੇ ਜਿਹੜਾ ਉਹ ਮਿਸਟਰ IAS ਸੀਗਾ, ਜਿਹੜਾ ਮਮਤਾ ਬੈਨਰਜੀ ਦਾ ਸੈਕਟਰੀ ਸੀਗਾ, ਉਸ ਨੂੰ ਬੁਲਾਇਆ ਸੀਗਾ ਭਾਜਪਾ ਦੀ ਕੇਂਦਰ ਸਰਕਾਰ ਨੇ ਵਾਪਸ ਕਿ ਤੁਸੀਂ ਵਾਪਸ ਆ ਜਾਓ। ਉਹਨਾਂ ਦਾ ਆਪਸ ਚ ਰੌਲਾ ਚੱਲ ਰਿਹਾ ਸੀ ਕਾਫੀ, ਜਿਹੜਾ ਮਮਤਾ ਬੈਨਰਜੀ ਨਾਲ ਕੇਂਦਰ ਸਰਕਾਰ ਦਾ, ਤੇ ਉਹਨਾਂ ਨੇ ਵਾਪਸ ਜਾਣ ਦਾ ਜਵਾਬ ਦਿੱਤਾ ਨਹੀਂ ਸੀਗਾ। ਤੇ ਕੁਛ ਦਿਨ ਰਹਿ ਗਏ ਸੀ ਰਿਟਾਇਰਮੈਂਟ ਦੇ, ਤੇ ਰਿਟਾਇਰਮੈਂਟ ਦੇ ਕੁਛ ਦਿਨ ਰਹਿਣ ਕਰਕੇ ਉਹ ਰਿਟਾਇਰਮੈਂਟ ਲੈ ਲਈ ਸੀ ਉਹਨੇ, ਤੇ ਸਾਰੇ ਹੀ ਲਾਭ ਦੇ ਦਿੱਤੇ ਸੀ ਇਹਨੂੰ, ਤੇ ਬਾਅਦ ਚ ਫਿਰ ਉਹਨੂੰ ਆਪਣਾ ਇੱਕ ਨਿੱਜੀ ਸਰਕਾਰ ਦਾ ਨਿੱਜੀ ਡਾਇਰੈਕਟਰ ਬਣਾ ਲਿਆ ਸੀਗਾ ਮਮਤਾ ਬੈਨਰਜੀ ਨੇ ਉਸ ਬੰਦੇ ਨੂੰ। ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵਿੱਚ ਬੜਾ ਚੱਲਿਆ ਸੀ ਮਾਮਲਾ ਇਹ ਵੀ ਕਿੱਦਾਂ ਕੀਤਾ ਜਾਵੇ ਇਹਨਾਂ ਨੂੰ, ਤੇ ਹੁਣ ਨਵੇਂ ਨਿਯਮ ਸੋਧ ਕੀਤੇ ਜਾ ਰਹੇ ਨੇ। ਇਸੇ ਲੋਕ ਸਭਾ ਚ ਪੇਸ਼ ਹੋਣਗੇ, ਉਹ ਬਿੱਲ ਪੇਸ਼ ਹੋਏਗਾ। IAS ਨੂੰ ਕੇਂਦਰ ਸਰਕਾਰ ਦੇ ਅਧੀਨ ਹੀ ਹੋ ਕੰਮ ਕਰਨਾ ਪੈਣਾ ਜੀ, ਤੇ ਜਿਹੜੇ ਪਹਿਲੇ ਨਿਯਮ ਹੈਗੇ ਆ ਵੀ ਉਹ ਰਾਜ ਸਰਕਾਰ ਅਧੀਨ ਵੀ ਕੰਮ ਕਰਦੇ ਆ, ਨਹੀਂ, ਉਸ ਨੂੰ ਕੇਂਦਰ ਸਰਕਾਰ ਦੇ ਅਧੀਨ ਹੀ ਹੋ ਕੰਮ ਕਰਨਾ ਪੈਣਾ। ਕੇਂਦਰ ਸਰਕਾਰ ਚਾਹੇਗੀ ਜਦੋਂ ਮਰਜ਼ੀ ਚਾਹੇਗੀ ਬੁਲਾ ਸਕਦੀ ਆ ਉਹਨੂੰ, ਜਦੋਂ ਮਰਜ਼ੀ ਚਾਹੇਗੀ ਆਪਣੇ ਸਾਹਮਣੇ ਦੰਡ ਵੱਡਾ ਖੜਾ ਸਕਦੀ ਆ। ਇਹ ਨਿਯਮ ਇਹੋ ਜਿਹੇ ਬਣ ਕੇ ਆ ਰਹੇ ਨੇ, ਇਹਦੀ ਵਿਰੋਧਤਾ ਕੀਤੀ ਜਾ ਰਹੀ ਆ ਕਾਂਗਰਸ ਵੱਲੋਂ। ਕਹਿੰਦੇ ਵੀ ਤੁਸੀਂ IAS ਦੇ ਜਿਹੜਾ ਇਸ ਤਰ੍ਹਾਂ ਕਬਜ਼ਾ ਕਰਨ ਲੱਗੀ ਹੋ, ਇਹ ਸੂਬਿਆਂ ਦੇ ਸੰਘੀ ਢਾਂਚੇ ਦੇ ਹਮਲਾ ਕਰ ਰਹੇ ਨੇ ਜੀ, ਕਿਉਂਕਿ ਸੂਬੇ ਦਾ ਆਪਣਾ ਇੱਕ ਉਹਦਾ ਸਰਕਾਰ ਬਣਦੀ ਆ, ਤੇ ਸਰਕਾਰ ਜਦੋਂ ਬਣਦੀ ਆ ਉਹ ਸੂਬੇ ਦੀ ਸਰਕਾਰ ਚਲਾਉਂਦੀ ਆ, ਬਿਊਰੋਕਰੇਟਸ ਨੂੰ, ਨਾ ਇਹ ਕੇਂਦਰ। ਏਦਾਂ ਦਾ ਤੁਸੀਂ ਜੇ ਕਰ ਰਹੇ ਤਾਂ ਗਲਤ ਕਰ ਰਹੇ ਹੋ। ਤੇ ਇਹ ਪਰ ਮੋਦੀ ਜੀ ਨੇ ਕਹਿੰਦੇ ਤੈਅ ਕਰ ਲਿਆ ਵੀ ਆਪਾਂ ਨੇ ਕੇਂਦਰ ਜਿਹੜੀ ਇਹ IAS ਹੈ ਉਹਨਾਂ ਨੂੰ, ਬਿਊਰੋਕਰੇਟਸ ਨੂੰ ਆਪਣੇ ਅਧੀਨ ਕਰਨਾ ਹੀ ਕਰਨਾ, ਤਾਂ ਕਿ ਕੱਲ ਨੂੰ ਜੇ ਕੋਈ ਵੱਡਾ ਫੈਸਲਾ ਕਰਨਾ ਪੈ ਜਾਵੇ ਤਾਂ IAS ਉਹਦੇ ਖਿਲਾਫ ਨਾ ਹੋਣ ਚਾਹੀਦਾ। ਦੋਸਤੋ, ਜਿੱਥੇ ਤੁਸੀਂ ਰੰਗਲਾ ਪੰਜਾਬ ਦੇ ਵਿੱਚ ਮੈਡਮ ਮੰਜੂ ਸਿੱਕਾ ਜੀ ਨੂੰ ਮਿਸ ਕਰ ਰਹੇ ਹੋ, ਜੋ ਪਿਛਲੇ 20 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਵਿੱਚ ਇਸ ਪ੍ਰੋਗਰਾਮ ਦੇ ਰਾਹੀਂ ਆਫਟਰ 9/11 ਬੜੀ ਵੱਡੀ ਘਟਨਾ ਤੋਂ ਬਾਅਦ ਇੱਕ ਬੜਾ ਵੱਡਾ ਨਾਮ ਰੰਗਲਾ ਪੰਜਾਬ ਦੇ ਨਾਲ ਜੁੜਿਆ ਮੈਡਮ ਮੰਜੂ ਸਿੱਕਾ ਜੀ। ਉਹ ਆਪਣੇ ਸਾਥੀ, ਆਪਣੀਆਂ ਸਹੇਲੀਆਂ ਦੇ ਨਾਲ ਨਿਊਯਾਰਕ ਤੋਂ ਵਾਪਸ ਆ ਰਹੇ ਨੇ। ਕਿਦਾ ਸਾਹਿਬ, ਤੁਹਾਨੂੰ ਉਹਨਾਂ ਵੱਲੋਂ ਹੈਲੋ ਹਾਈ ਭੇਜੀ ਗਈ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਗੱਡੀ 'ਚ ਸੁਣ ਰਹੇ ਨੇ ਉਹਨਾਂ ਦੇ ਸਾਥੀ ਰਮਾ ਜੀ ਔਰ ਰਾਜ ਜੀ, ਉਹਨਾਂ ਵੱਲੋਂ ਤੁਹਾਨੂੰ ਅਦਬ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ, ਐ ਨੂੰ ਨਮਸਕਾਰ, ਔਰ ਇੰਜੋਏ ਕਰ ਰਹੇ ਨੇ ਗੱਡੀ ਦੇ ਵਿੱਚ ਗੱਲਬਾਤ ਇਸ ਵਕਤ ਸੁਣ ਰਹੇ ਨੇ। ਸਾਡੇ ਵੱਲੋਂ ਵੀ ਉਹਨਾਂ ਦਾ ਜੀ ਸਵਾਗਤ ਹੈ, ਵੈਲਕਮ ਬੈਕ। ਔਰ ਘੁੰਮ ਫਿਰ ਕੇ ਆਏ ਨੇ, ਦੋਸਤਾਂ ਦੇ ਨਾਲ ਇੰਜੋਏ ਕਰਕੇ ਆਏ ਨੇ ਜੀ, ਔਰ ਨਿਊਯਾਰਕ ਦੇ ਵਿੱਚ ਕਦੇ ਕਦੇ ਛੁੱਟੀ ਕਰ ਲੈਣੀ ਚਾਹੀਦੀ ਹੈ ਨਾ, ਬੰਦਾ ਹਲਕਾ ਫੁਲਕਾ ਜਿਹਾ ਮਹਿਸੂਸ ਕਰਦਾ ਹੈ। ਇੰਜੋਏ। ਈਸਾਈਆਂ ਤੇ ਹਿੰਸਾ ਵਿਰੁੱਧ ਡਾਕਟਰ ਪੀਟਰ ਮਚਾਂਡੋ ਦੁਆਰਾ ਪਾਈ ਜਾਚਕਾ ਤੇ ਸੁਣਵਾਈ ਵਿੱਚ ਦੇਰੀ ਤੇ ਮੀਡੀਆ ਵਿੱਚ ਇੱਕ ਖਬਰ ਤੋਂ ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ ਚੰਦਰਚੂੜ ਵਕੀਲ ਨਾਲ ਨਾਰਾਜ਼ ਨਜ਼ਰ ਆਏ ਨੇ। ਮੈਂ ਪੜ੍ਹ ਰਿਹਾ ਸੀ ਖਬਰ, ਤੁਹਾਡਾ ਨਜ਼ਰੀਆ ਕੀ ਹੈ? ਤੇ
ਚਾਵਲਾ ਸਾਹਿਬ, ਇਹ ਨਾ ਅਸਲ ਵਿੱਚ ਈਸਾਈਆਂ ਦੇ ਵਿਰੁੱਧ ਜਿਹੜਾ ਨਾ ਹਿੰਸਾ ਹੋ ਰਹੀ ਹੈ ਨਾ ਜੀ, ਉਹ ਸੰਦਰਭ ਦੇ ਵਿੱਚ ਇੱਕ ਪੀਟਰ ਮਚਾਂਡੋ ਦੀ ਸੰਸਥਾ ਹੈਗੀ ਹੈ, ਦੋ ਸੰਸਥਾਵਾਂ ਨੇ ਈਸਾਈਆਂ ਦੀਆਂ, ਉਹਨਾਂ ਨੇ ਯਾਚਕਾ ਦਾਇਰ ਕੀਤੀ ਸੀਗੀ। ਮੈਂ ਕਿਹਾ ਪਿਛਲੇ ਸਾਲ ਕੀਤੀ ਸੀਗੀ ਉਹਨਾਂ ਨੇ ਇਹ ਯਾਚਕਾ, ਤੇ ਉਹ ਕੁਝ ਦੇਰੀ ਹੁੰਦੇ ਦੇਰੀ ਹੋ ਗਈ, ਤੇ ਹੁਣ ਉਹਦੀ ਖਬਰ ਲੱਗ ਗਈ ਕਿਤੇ ਅਖਬਾਰ ਦੇ ਵਿੱਚ। ਤੇ ਉਹ ਖਬਰ ਕਿਵੇਂ ਲੱਗ ਗਈ ਵੀ ਉਹ ਜੱਜ ਕੰਮ ਨਹੀਂ ਕਰ ਪਾ ਰਹੇ ਜੀ, ਜੱਜਾਂ ਨੂੰ ਦਿੱਕਤਾਂ ਆ ਗਈਆਂ ਜੀ, ਜੱਜ ਸੁਣਵਾਈ ਨਹੀਂ ਸੁਣ ਰਹੇ ਜੀ, ਕਿਉਂਕਿ ਘੱਟ ਗਿਣਤੀਆਂ ਦੀ ਹੈ ਜੀ ਖਬਰ ਇਹ, ਤਾਂ ਇਸ ਕਰਕੇ ਜੱਜ ਵੀ ਉਧਰੋਂ ਨਹੀਂ ਖਬਰ ਸੁਣਨਾ ਚਾਹੁੰਦੇ ਜੀ, ਗੱਲ ਸੁਣਨਾ ਚਾਹੁੰਦੇ ਜੀ, ਏਦਾਂ ਦੀਆਂ ਗੱਲਾਂ, ਤੇ ਖਬਰ ਲਾਤੀ। ਤੇ ਉਹਨੇ ਜਸਟਿਸ ਚੰਦਰਚੂੜ ਨੇ ਵਕੀਲ ਨੂੰ ਕਿਹਾ ਕਿ ਕੀ ਬਦਤਮੀਜ਼ੀ ਹੈ ਵੀ ਤੁਸੀਂ, ਜੇਕਰ ਕੋਈ ਸਾਨੂੰ ਵੀ ਆਰਾਮ ਚਾਹੀਦਾ, ਮੈਨੂੰ ਕਰੋਨਾ ਹੋ ਗਿਆ ਸੀ, ਕਰੋਨਾ ਕਰਕੇ ਅਸੀਂ ਨਹੀਂ ਇਹ ਆਪਣਾ ਕੁਛ ਦੇਰ ਹੋ ਗਈ ਆ, ਪਿਛਲੀ ਤਰੀਕ ਚੋਂ ਅਸੀਂ ਫੇਰ ਨਹੀਂ ਕਰ ਸਕੇ, ਹੁਣ ਤਰੀਕ ਤੁਹਾਡੀ ਅੱਜ ਆਈ ਆ, ਸੁਣਵਾਈ ਤੁਹਾਡੀ ਕਰਾਂਗੇ। ਇਹਦਾ ਮਤਲਬ ਇਹ ਥੋੜਾ ਤੁਸੀਂ ਖਬਰਾਂ ਲਵਾਓਗੇ ਅਖਬਾਰਾਂ ਵਿੱਚ, ਕੌਣ ਖਬਰਾਂ ਲਵਾ ਰਿਹਾ ਜੱਜਾਂ ਦੇ ਖਿਲਾਫ ਇਹ ਕਿਉਂ ਬਣਾਇਆ ਜਾ ਰਿਹਾ, ਇੱਦਾਂ ਦਾ ਕੰਮ ਤੁਸੀਂ ਕਿਉਂ ਕਰਨ ਲੱਗੇ ਹੋਏ ਹੋ? ਤੇ ਉਹ ਵਕੀਲ ਨੇ ਭਾਵੇਂ ਕਿ ਚਲੋ ਉਸ ਨਾਰਾਜ਼ਗੀ ਤੇ ਉਹਨੇ ਸੌਰੀ ਫੀਲ ਵੀ ਕੀਤੀ ਆ, ਪਰ ਜੱਜ ਦਾ ਇਹ ਜਿਹੜਾ ਗੱਲ ਕਰਨਾ ਬੜੀ ਕਮਾਲ ਦੀ ਆ ਕਿ ਚਾਵਲਾ ਸਾਹਿਬ ਅੱਜ ਕੱਲ੍ਹ ਸੁਪਰੀਮ ਕੋਰਟ ਜੱਜ ਜੇਕਰ ਸੱਤਾਧਾਰੀ ਪਾਰਟੀ ਬੀਜੇਪੀ ਨੂੰ ਜਾਂ ਕਿਸੇ ਨੂੰ ਜੇ ਬਿਆਨ ਦਿੰਦੇ ਆ, ਅੱਜ ਦਾ ਕੋਈ ਫੈਸਲਾ ਸੁਣਾਉਂਦੇ ਆ, ਜੇ ਪੱਖ 'ਚ ਹੋ ਗਿਆ ਸੱਤਾਧਾਰੀ ਪੱਖ 'ਚ ਤਾਂ ਬਹੁਤ ਵਧੀਆ ਕੀਤਾ, ਜੇ ਖਿਲਾਫ ਹੋ ਗਿਆ ਤਾਂ ਜੱਜਾਂ ਨੂੰ ਕੰਮ ਨਹੀਂ ਕਰਨਾ ਆਉਂਦਾ। ਇਹ ਗੱਲ ਆਮ ਤੌਰ ਤੇ ਅਖਬਾਰਾਂ ਵਿੱਚ ਲੱਗਦੀ ਆ, ਆਮ ਤੌਰ ਤੇ ਟੀਵੀ ਤੇ ਡਿਬੇਟਾਂ ਵੀ ਚੱਲਣ ਲੱਗ ਪਈਆਂ ਜੱਜਾਂ ਦੇ ਖਿਲਾਫ, ਅੱਜ ਕੱਲ੍ਹ ਇਹੋ ਜਿਹਾ ਕੰਮ ਹੋਣ ਲੱਗ ਪਿਆ। ਤੇ ਇਹ ਹੁਣ ਈਸਾਈਆਂ ਦੇ ਵਿਰੁੱਧ ਹਿੰਸਾ ਦੇ ਮਾਮਲੇ ਵਿੱਚ ਸੀਗੀ ਪਟੀਸ਼ਨ, ਤੇ ਇਸ ਤੇ ਚੰਦਰਚੂੜ ਨੇ ਆਪਣਾ ਗੱਲ ਕੀਤੀ, ਤੇ ਨਾਲ ਹੀ ਇੱਕ ਹੋਰ ਵੀ ਗੱਲ ਕੀਤੀ ਆ ਕਿ ਬਈ ਸੁਣੋ, ਇਹਨਾਂ ਦੀ ਸੁਣਵਾਈ ਕਰੋ, ਕਿਤੇ ਕੱਲ ਨੂੰ ਇੱਕ ਹੋਰ ਖਬਰ ਲਵਾ ਦੇਣ ਸਾਡੇ ਖਿਲਾਫ ਜੀ, ਇਹੋ ਜਿਹੀ ਗੱਲ ਕਹੀ। ਵੌਇਸ ਆਫ ਸਿਟੀ 1320 ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਰੰਜਨ ਚੌਧਰੀ ਦਾ ਜਿਹੜਾ ਬਿਆਨ ਆਇਆ ਉਹ ਚਰਚਾ ਦੇ ਵਿੱਚ ਹੈ। ਸੋਨੀਆ ਗਾਂਧੀ ਤੇ ਸਿਮਰਤੀ ਇਰਾਨੀ ਦੀ ਇੱਕ ਡਿਟੇਲ ਦੇ ਵਿੱਚ ਖਬਰ ਪੜ੍ਹ ਰਿਹਾ ਸਾਂ, ਉਹਦੇ 'ਚ ਕਾਫੀ ਨੋਕ ਚੁੱਕ ਹੋਈ ਹੈ, ਔਰ ਸਿਮਰਤੀ ਇਰਾਨੀ ਨੂੰ ਜਿਸ ਤਰੀਕੇ ਦੇ ਨਾਲ ਡੋਂਟ ਟਾਕ ਟੂ ਮੀ ਕਿਹਾ ਸੋਨੀਆ ਜੀ, ਕਾਫੀ ਉੱਥੇ ਚਰਚਾ ਹੋਈ ਹੈ। ਕਹਿੰਦੇ ਮਤਲਬ ਉੱਥੇ ਅਟੈਕ ਹੋਣ ਤੱਕ ਵੀ ਨੌਬਤ ਆ ਗਈ, ਭੱਜ ਕੇ ਕਿਸੇ ਹੋਰ ਮੈਂਬਰ ਪਾਰਲੀਮੈਂਟ ਨੇ ਸੋਨੀਆ ਜੀ ਨੂੰ ਕਵਰ ਕੀਤਾ, ਕਾਫੀ ਉੱਥੇ ਤੂੰ ਮੈਂ ਇਸ ਤਰ੍ਹਾਂ ਦੀ ਖਬਰ ਆ ਰਹੀ ਹੈ। ਔਰ ਕਾਂਗਰਸੀਆਂ ਨੇ ਹਾਂਜੀ ਜੀ ਪਤਾ ਇਹ ਵੀ ਲੱਗਾ ਕਿ ਸਿਮਰਤੀ ਇਰਾਨੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਹੋਏ ਨੇ। ਚਲੋ ਸਾਹਿਬ, ਸੰਸਦ ਦੇ ਵਿੱਚ ਨਾ ਜਿੱਦਾਂ ਕਿ ਕੱਲ ਇਹਨੂੰ ਡਰਾਮਾ ਕਹਿ ਦਈਏ ਤਾਂ ਕੋਈ ਮਾੜੀ ਗੱਲ ਨਹੀਂ ਹੋਏਗੀ। ਚਲੋ ਅਧੀਰ ਰੰਜਨ ਚੌਧਰੀ ਨੇ ਮਾਫੀ ਮੰਗ ਲਈ ਆ, ਉਹਨੇ ਕਿਹਾ ਸੀਗਾ ਰਾਸ਼ਟਰਪਤੀ ਕਿ ਰਾਸ਼ਟਰਪਤਨੀ ਮੇਲ ਫੀਮੇਲ ਦੀ ਗੱਲ ਕਰਕੇ ਗੱਲ ਹੋਈ ਹੈ, ਉਹਨੂੰ ਰਾਸ਼ਟਰਪਤੀ ਹੀ ਕਹਿਣਾ ਬਣਦਾ ਜਾਂ ਰਾਸ਼ਟਰ ਪ੍ਰਮੁੱਖ ਕਹਿਣਾ ਬਣਦਾ ਹੈਗਾ ਸਾਡੇ ਰਾਸ਼ਟਰਪਤੀ ਨੂੰ। ਤੇ ਉਹ ਪਰ ਰਾਸ਼ਟਰਪਤਨੀ ਦਾ ਕਿਤੇ ਪਹਿਲਾਂ ਵੀ ਚਰਚਾ ਹੋਈ, ਜਦੋਂ ਪ੍ਰਤਿਭਾ ਪਾਟਿਲ ਬਣੀ ਸੀਗੀ ਉਦੋਂ ਵੀ ਚਰਚਾ ਰਾਸ਼ਟਰਪਤੀ ਦੀ ਹੋਈ ਸੀਗੀ, ਪਰ ਉਹ ਇਸ ਗੱਲ ਤੇ ਠਹਿਰ ਗਈ ਸੀ ਵੀ ਇਹ ਗੱਲ ਨਹੀਂ ਜੱਜਦੀ, ਸਾਡਾ ਜੋ ਰਾਸ਼ਟਰ ਦੇ ਮੇਨ ਕੁਰਸੀ ਤੇ ਬੈਠਾ ਭਾਵੇਂ ਕੋਈ ਵੀ ਹੈ ਉਹ ਰਾਸ਼ਟਰਪਤੀ ਹੀ ਹੈ। ਬਿਲਕੁਲ ਸਹੀ, ਰਾਸ਼ਟਰਪਤੀ ਹੀ ਹੁੰਦਾ, ਰਾਸ਼ਟਰ ਪ੍ਰਮੁੱਖ ਕਹਿ ਸਕਦੇ ਆ, ਰਾਸ਼ਟਰ ਸਾਡਾ ਰਾਸ਼ਟਰ ਮੁਖੀ ਰਾਸ਼ਟਰ ਪ੍ਰਮੁੱਖ ਹੈਗਾ। ਤੇ ਅਧੀਰ ਰੰਜਨ ਚੌਧਰੀ ਨੇ ਕਿਹਾ ਵੀ ਮੈਨੂੰ ਹਿੰਦੀ ਬਹੁਤੀ ਆਉਂਦੀ ਨਹੀਂ ਗੀ, ਹਿੰਦੀ ਮੇਰਾ ਹੱਥ ਤੰਗ ਹੈ, ਇਸ ਕਰਕੇ ਮੈਥੋਂ ਇਹ ਗੱਲ ਆਖੀ ਗਈ ਆ ਤੇ ਮੈਂ ਇਸ ਗੱਲ ਦੀ ਸੌਰੀ ਫੀਲ ਕਰਦਾ, ਮੇਰੇ ਤੋਂ ਗਲਤੀ ਹੋਈ ਆ ਇਹ। ਤੇ ਫਿਰ ਉਹਨੂੰ ਕਹਿਣ ਲੱਗੇ ਵੀ ਤੁਸੀਂ ਗਲਤੀ ਇੱਥੇ ਮੰਨੋ ਸਾਡੇ ਸਾਹਮਣੇ ਮੰਨੋ। ਉਹ ਕਹਿੰਦਾ ਤੁਹਾਡੇ ਸਾਹਮਣੇ ਗਲਤੀ ਮੰਨ ਰਿਹਾ, ਪਰ ਮੈਂ ਤੁਹਾਡੇ ਸਾਹਮਣੇ ਏਦਾਂ ਗਲਤੀ ਨਹੀਂ ਮੰਨਦਾ, ਮੈਂ ਟਾਈਮ ਲੈ ਰਿਹਾ ਸਾਡੇ ਰਾਸ਼ਟਰਪਤੀ ਜੀ ਤੋਂ ਮੰਨਾਂਗਾ, ਮੈਂ ਤੁਸੀਂ ਪਖੰਡੀ ਹੈਗੇ ਹੋ, ਕਹਿੰਦਾ ਤੁਸੀਂ ਤੁਹਾਡੇ ਸਾਹਮਣੇ ਮੈਂ। ਹੁਣ ਇਹ ਗੱਲ ਚੱਲ ਰਹੀ ਸੀ ਤੇ ਅੱਗੇ ਰਮਾ ਜੀ ਕੋਈ ਮੈਂਬਰ ਪਾਰਲੀਮੈਂਟ ਹੈਗੇ ਆ, ਸੋਨੀਆ ਗਾਂਧੀ ਉੱਥੇ ਖੜੇ ਸੀਗੇ, ਉੱਥੇ ਰਮਾ ਜੀ ਆਏ ਤੇ ਕਹਿੰਦੇ ਜੀ ਤੂੰ ਆਪਣਾ ਇਹ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਉਹਦੀ ਰੰਜਨ ਚੌਧਰੀ ਨੂੰ। ਉਹ ਕਹਿੰਦੇ ਮੰਗ ਲਈ ਮਾਫੀ ਤਾਂ ਉਹਨੇ, ਕੋਲ ਹੀ ਸਿਮਰਤੀ ਇਰਾਨੀ ਆ ਗਈ। ਸਿਮਰਤੀ ਇਰਾਨੀ ਨੇ ਇਹ ਮੁੱਦਾ ਚੁੱਕਿਆ ਸੀਗਾ ਕਿ ਸੋਨੀਆ ਗਾਂਧੀ ਮਾਫੀ ਮੰਗੇ, ਸੋਨੀਆ ਗਾਂਧੀ ਦਾ ਬੰਦਾ ਉਹ, ਸੋਨੀਆ ਗਾਂਧੀ ਕਰਕੇ ਇਹ ਕੰਮ ਹੋਇਆ, ਤਾਂ ਹੀ ਸੋਨੀਆ ਗਾਂਧੀ ਮਿਲੀ ਭੁਗਤਾ ਉਹ ਮਾਫੀ ਮੰਗੇ। ਤਾਂ ਉਹ ਕਹਿੰਦੀ ਉਹ ਉੱਥੇ ਕਹਿਣ ਲੱਗੀ ਆ ਕਿ ਸਿਮਰਤੀ ਇਰਾਨੀ ਆਪਣੇ ਆਪ ਹੀ ਬਿਨਾਂ ਮਤਲਬ ਟੰਗ ਡਾਲੀ ਹੋਏ, ਸਿਮਰਤੀ ਇਰਾਨੀ ਕਹਿੰਦੀ ਆ, ਕਹਿੰਦੀ ਸੋਨੀਆ ਜੀ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੀ ਇਸ ਮਾਮਲੇ 'ਚ ਮਦਦ ਕਰ ਸਕਦੀ, ਜੇ ਤੁਸੀਂ ਚਾਹੋ ਮੈਂ ਮਦਦ ਕਰ ਸਕਦੀ ਹਾਂ। ਤਾਂ ਸੋਨੀਆ ਨੇ ਉਹਦੇ ਵੱਲ ਦੇਖਿਆ ਤੇ ਦੇਖ ਕੇ ਕਿਹਾ ਡੋਂਟ ਟਾਕ ਵੀ ਤੁਸੀਂ ਮੇਰੇ ਨਾਲ ਗੱਲ ਨਾ ਕਰੋ। ਤੇ ਇਸ ਗੱਲ ਨੂੰ ਲੈ ਕੇ ਜੀ ਫਿਰ ਉਹ ਸਿਮਰਤੀ ਇਰਾਨੀ ਕੀ ਜਿਹੜੀ ਸੀਤਾਰਮਨ ਹੈਗੀ ਆ ਵਿੱਤ ਮੰਤਰੀ, ਉਹਨੇ ਜੀ ਮੁੱਦਾ ਚੱਕ ਲਿਆ, ਕਹਿੰਦੇ ਜੀ ਇਹ ਤਾਂ ਜਿਹੜੇ ਹੈਗੇ ਸਾਡੇ ਮੈਂਬਰ ਪਾਰਲੀਮੈਂਟਾਂ ਦੇ ਖਿਲਾਫ ਬੋਲੇ ਸੋਨੀਆ, ਤੇ ਉਹਨਾਂ ਨੇ ਉੱਥੇ ਧਰਨਾ ਮਾਰਤਾ ਮੈਂਬਰ ਪਾਰਲੀਮੈਂਟਾਂ ਨੇ, ਬੀਜੇਪੀ ਵਾਲਿਆਂ ਨੇ
ਵੀ ਜੀ ਸੋਨੀਆ ਗਾਂਧੀ ਦੇ ਖਿਲਾਫ ਕਾਰਵਾਈ ਕਰੋ, ਮੈਂਬਰ ਪਾਰਲੀਮੈਂਟ ਨੂੰ ਧਮਕਾ ਰਹੀ ਹੈ ਇਹ, ਤੇ ਉਸੇ ਸੰਦਰਭ ਵਿੱਚ ਕਾਂਗਰਸ ਨੇ ਸਮ੍ਰਿਤੀ ਇਰਾਨੀ ਦੇ ਖਿਲਾਫ ਧਰਨਾ ਦਿੱਤਾ ਸਰ। ਇਹ ਕੱਲ ਕਾਫੀ ਡਰਾਮਾ ਹੋਇਆ ਚਾਵਲਾ ਸਾਹਿਬ, ਤੇ ਡਰਾਮਾ ਤੁਹਾਨੂੰ ਪਤਾ ਹੀ ਹੈ ਵੀ ਇਹ ਦੋਵੇਂ ਪਾਰਟੀਆਂ ਸਵਾਲ ਅਖਬਾਰ ਸਵਾਲ ਉਠਾ ਰਿਹਾ ਸੀ ਕਿ ਸਿਮਰਤੀ ਇਰਾਨੀ ਕੁਝ ਦਿਨ ਤੋਂ ਕਹਿ ਰਹੇ ਕਿ ਮੈਂ ਠੀਕ ਨਹੀਂ ਆ, ਕੁਝ ਮੁੱਦਿਆਂ ਤੇ ਗੱਲ ਕਰਨ ਦਾ ਸਮਾਂ ਨਹੀਂ ਦੇ ਰਹੇ, ਉਸਦੇ ਬਹਿਸ ਬਸਿਆ ਕਰਨ ਵਾਸਤੇ ਸਮਾਂ ਨਹੀਂ ਦੇ ਰਹੇ, ਪਰ ਇਹੋ ਜਿਹੇ ਮਸਲੇ ਵਾਸਤੇ ਅਸੀਂ 9/9 ਹੋ ਜਾਂਦੇ ਆ। 9/9 ਨਾਲੇ ਜਦੋਂ ਹਾਥਰਸ 'ਚ ਮਾਮਲਾ ਹੁੰਦਾ ਚਾਵਲਾ ਸਾਹਿਬ, ਜਦੋਂ ਕੋਈ ਵੱਡੇ ਮਾਮਲੇ ਹੁੰਦੇ ਆ ਉਦੋਂ ਤੁਸੀਂ ਗੱਲ ਨਹੀਂ ਕਰਦੇ, ਵੈਸੇ ਤੁਸੀਂ ਲੈ ਕੇ ਉੱਥੇ ਬਹਿ ਜਾਂਦੇ ਹੋ, ਉੱਥੇ ਆਪਣਾ ਉਹਨੂੰ ਮਨਮੋਹਨ ਸਿੰਘ ਦੇ ਖਿਲਾਫ ਜਦੋਂ ਪ੍ਰਧਾਨ ਮੰਤਰੀ ਉਹਦੇ ਖਿਲਾਫ ਬੜਾ ਕੁਛ ਤੁਸੀਂ ਕਰਦੇ ਹੋ, ਹੁਣ ਤੁਸੀਂ ਬੜੇ ਡਟ ਕੇ ਬੋਲ ਰਹੇ ਹੋ। 90581112 ਇੱਕ ਟਰਮ ਇੱਕ ਵਿਧਾਇਕ, ਪੰਜਾਬ ਵਿਧਾਨ ਸਭਾ ਪਾਸ ਕੀਤੇ ਗਿਲ ਇੱਕ ਵਿਧਾਇਕ ਟਰਮ ਪੈਨਸ਼ਨ ਤੇ ਰਾਜਪਾਲ ਨੇ ਨਹੀਂ ਕੀਤੇ ਦਸਤਖਤ। ਰਕੇਸ਼ ਪਾਂਡੇ, ਤੀਖਨ ਸੂਦ, ਤਰਲੋਚਨ ਸੁਨ, ਚਰਨਜੀਤ ਅਟਵਾਲ ਮਿਲੇ ਰਾਜਪਾਲ ਨੂੰ, ਕੀ ਕਹਿਣਾ ਚਾਹੋ? ਅਸਲ 'ਚ ਨਾ ਇਹ ਚੱਲ ਰਿਹਾ ਚਾਵਲਾ ਸਾਹਿਬ, ਇਹਨਾਂ ਨੇ ਦੁਬਾਰਾ ਚਲੋ ਵਿਧਾਨ ਸਭਾ 'ਚ ਬਿੱਲ ਪਾਸ ਬਣਾ ਕੇ ਨਹੀਂ ਭੇਜਿਆ ਸੀ ਰਾਜਪਾਲ ਨੂੰ, ਉਦੋਂ ਉਹਨਾਂ ਨੇ ਰਾਜਪਾਲ ਨੇ ਸਾਈਨ ਨਹੀਂ ਕੀਤੇ ਸੀ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਪਹਿਲਾਂ ਪਾਸ ਕਰੋ ਇਹਨੂੰ। ਵਿਧਾਨ ਸਭਾ 'ਚ ਪਾਸ ਹੋ ਗਿਆ, ਪਾਸ ਕਰਨ ਤੋਂ ਬਾਅਦ ਉਹ ਬਿੱਲ ਉੱਤੇ ਭੇਜਿਆ ਗਿਆ ਕਿ ਇੱਕ ਵਿਧਾਇਕ ਇੱਕ ਟਰਮ ਇੱਕ ਪੈਨਸ਼ਨ। ਇਹ ਜਿਹੜਾ ਮੁੱਦਾ ਹੈਗਾ ਰਾਜਪਾਲ ਨੂੰ ਇਹ ਕਰਨਾ ਹੀ ਹੁੰਦਾ, ਰਾਜਪਾਲ ਸਲਾਹ ਵਾਸਤੇ ਭੇਜ ਸਕਦਾ ਕਿ ਰਾਜਪਾਲ ਨੂੰ ਉਹ ਬਿੱਲ ਤੇ ਸਾਈਨ ਕਰਨੇ ਹੁੰਦੇ, ਪਰ ਰਾਜਪਾਲ ਨੇ ਸਾਈਨ ਨਹੀਂ ਕੀਤੇ। ਮਤਲਬ ਇਹ ਲੱਗਿਆ ਵੀ ਜਿਹੜੇ ਬੀਜੇਪੀ ਵਾਲੇ ਬੰਦੇ ਦੇ ਵਿੱਚ ਉਹ ਜਾ ਕੇ ਮਿਲੇ ਆ, ਕ੍ਰਿਸ਼ਨ ਸੂਦ ਵਰਗੇ ਬੰਦੇ। ਹੁਣ ਰਾਕੇਸ਼ ਪਾਂਡੇ ਦੇ 4 ਪੈਨਸ਼ਨਾਂ ਨੇ, ਕ੍ਰਿਸ਼ਨ ਸੂਦ ਦੀਆਂ ਵੀ ਜਿਹੜੀਆਂ 2 ਪੈਨਸ਼ਨਾਂ ਨੇ, ਚਰਨਜੀਤ ਅਟਵਾਲ ਦੀਆਂ 3 ਪੈਨਸ਼ਨਾਂ ਨੇ, ਚਲੋ ਜੇ ਸੁਣ ਦੀ ਵੀ 2 ਪੈਨਸ਼ਨਾਂ ਹੈਗੀਆਂ ਨੇ। ਇਹ ਜਾ ਕੇ ਬੰਦੇ ਮਿਲੇ ਆ ਉੱਥੇ, ਜੀ ਜਾ ਕੇ ਉੱਥੇ ਮਿਲ ਕੇ ਕਿਹਾ ਜੀ ਇਹ ਫੈਸਲਾ ਜੋ ਕਹਿਰਕਾਰੀ ਹੈ ਪੰਜਾਬ ਸਰਕਾਰ, ਜਿਹੜੇ ਪਹਿਲਾਂ ਵਿਧਾਇਕ ਨੇ ਪਹਿਲੇ ਵਿਧਾਇਕਾਂ ਦੇ ਲਾਗੂ ਨਾ ਹੋਵੇ, ਜਿਹੜੇ ਵਿਧਾਇਕ ਹੁਣ ਬਣੇ ਨੇ ਉਹਨਾਂ ਦੇ ਲਾਗੂ ਕੀ ਬਾਤ ਹੈ, ਪਹਿਲਾਂ ਨੇ ਉਹਨਾਂ ਦੇ ਲਾਗੂ ਨਾ ਹੋਵੇ। ਤੇ ਉਹਨਾਂ ਨੇ ਮਿਲ ਕੇ ਮਿਲੇ ਨੇ, ਤੇ ਇਸ ਕਰਕੇ ਰਾਜਪਾਲ ਨੇ ਥੋੜਾ ਰੋਕ ਲਿਆ ਸਾਈਨ ਕਰਨਾ ਚਾਹੁੰਦਾ। ਅੱਛਾ ਜੀ, ਜਿਹੜੇ ਪਹਿਲਾਂ ਵਿਧਾਇਕ ਨੇ ਉਹਨਾਂ ਨੂੰ ਨਾ ਕਰੋ, ਸਾਡੀਆਂ ਪੈਨਸ਼ਨਾਂ ਤੇ ਕੁਹਾੜਾ ਨਾ ਚਲਾਓ, ਜਿਹੜੇ ਨਵੇਂ ਨੇ ਉਹਨਾਂ ਨੂੰ ਕਰੋ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ। ਸਿਆਣੇ ਨੇ ਬਈ, ਘਰ ਨੂੰ ਖਿੱਚਣਾ ਚਾਹੁੰਦੇ ਨੇ ਸਭ ਕੁਝ। ਬਹੁਤ ਬਹੁਤ ਸ਼ੁਕਰੀਆ ਕੀਤਾ ਸਾਹਿਬ, ਥੈਂਕ ਯੂ ਵੈਰੀ ਮਚ। ਧੰਨਵਾਦ ਚਾਵਲਾ ਸਾਹਿਬ, ਬਹੁਤ ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।